मेरे राम राय तू संतां का संत तेरे, मेरे राम राय तू संतां का संत तेरे। संगत टीवी वाले जो कि इंग्लैंड तो पहुंचे ने, भाई साहब सरदार राजवीर सिंह जी जिन्हों ने ये सारे प्रोग्राम की रिकॉर्डिंग की है, इन्होंने सज्जनों का भी धन्यवाद करते हैं। तो इन्हों के दर्शन गाए बगाए सानू इंग्लैंड के होए होंगे, क्योंकि इंग्लैंड के अंदर काफ़ी टाइम असी बतीत किया है। सारिया संगत बड़ा सत्कार करदियां ने, बड़ा मान देने हो। आप जी की इस कंट्री के पहली बार आए हैं तो इंज लगता है जिमें असी कोई खन्ने च नहीं बैठे, सानू ऐं जापदा असी खन्ने बैठे, सारे सज्जन साढ़े अपने ने तो बड़िया सत्कार दे रहे हो। गुरुद्वारा मैनेजमेंट का अति धन्यवाद करते हैं, ਅਤੇ ਸਾਰੀਆਂ ਬੀਬੀਆਂ ਦਾ, ਸਾਰੇ ਸੱਜਣਾਂ ਦਾ ਜੋ ਗੁਰੂ ਨਾਨਕ ਦੇ ਘਰ ਪਹੁੰਚੇ ਹੋ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀ ਸਾਰੀ ਸੰਗਤ ਦਾ ਧੰਨਵਾਦ। ਤੇ ਸਾਰੀਆਂ ਸੰਗਤਾਂ ਬੁਲਾਓ ਫਤਿਹ। ਤੇ ਫਿਰ ਸਮਾਂ ਮਿਲਿਆ ਆਪ ਜੀ ਦੇ ਇਸੇ ਤਰ੍ਹਾਂ ਦਰਸ਼ਨ ਕਰਾਂਗੇ, ਆਪਣਾ ਜੀਵਨ ਸਫਲ ਬਣਾਵਾਂਗੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਪਿਆਰ ਦੇ ਵਿੱਚ, ਬਹੁਤ ਸਤਿਕਾਰ ਦੇ ਵਿੱਚ, ਪਿਆਰ ਦੇ ਨਾਲ ਗੁਰੂ ਦਾ ਜਸ, ਗੁਰੂ ਦੀ ਕੀਰਤੀ ਆਪ ਜੀ ਨੂੰ ਸਰਵਣ ਕਰਾਈ ਹੈ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸੰਗਤ ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇੱਥੇ ਆ ਕੇ ਇਹ ਸਾਰਾ ਪ੍ਰੋਗਰਾਮ ਨਿਭਾ ਰਹੇ ਹਨ। ਮਾਲਕ ਮਿਹਰ ਕਰਨ, ਇਸੇ ਤਰ੍ਹਾਂ ਹੀ ਸਿੱਖੀ ਦੀ ਸੇਵਾ, ਸ਼ਬਦ ਦੀ ਸੇਵਾ ਕਰਨ ਦਾ ਚਾਹੋ ਮਾਹੋ ਪਿਆਰ ਬਖਸ਼ਿਸ਼ ਕਰਨ, ਮਿਹਰਾਂ ਕਰਨ, ਤਰੱਕੀ ਕਰਨ। ਹੁਣ ਆਪ ਜੀ ਨੂੰ ਭਾਈ ਮਹਿੰਦਰ ਸਿੰਘ ਜੀ ਜੱਸਲ 15 ਮਿੰਟ ਵਾਸਤੇ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਾਉਣਗੇ। ਇਸ ਤੋਂ ਬਾਅਦ ਕੁਝ ਬੁਲਾਰੇ ਹਨ। ਆਪ ਸਾਰੀਆਂ ਸੰਗਤਾਂ ਨੇ ਬਹੁਤ ਪਿਆਰ ਦੇ ਨਾਲ, ਕਿਉਂਕਿ ਸਮਾਂ ਕਾਫੀ ਹੋ ਚੁੱਕਾ ਤੇ ਆਪਾਂ ਪਿਆਰ ਦੇ ਨਾਲ ਹੋਰ ਥੋੜਾ ਸਮਾਂ ਬੈਠ ਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਹੁਣ ਭਾਈ ਜੱਸਲ ਸਾਹਿਬ ਜੀ ਆਪ ਜੀ ਨੂੰ ਗੁਰ ਸ਼ਬਦ ਦੇ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वंदनानकबार सर्व कला समर्थ, ढोलन ते राखो प्रभु, नानक दाए का हथ, फिरत फिरत प्रभु आया, परया तू सरनाई, नानक की प्रबेनती अपनी भगती लाय, जीता समुंद सागर नीर भरिया, तेते औगण हमारे, दया करो कुछ मेहर पावो, डूबदे पत्थर तारे, जीअड़ आगन बराबर तपै, पीतर वगै काती, प्रणवत नानक हुक्म पछाणै, सुख होवै दिन राती। सतनाम श्री वाहिगुरु साहिब जी। सूही महला पंजवां। संतां के कारज आप खलोया, हर कम करावण आया राम। धरत सुहावी ताल सुहावा, बिच अमृत जल छाया राम। संतां के कारज आप खलोया, हर कम करावण आया राम। धरत सुहावी ताल सुहावा, बिच अमृत जल छाया राम।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਅੱਜ ਦੇ ਦਿਹਾੜੇ ਵਿੱਚ ਸਾਨੂੰ ਇਹ ਸਮਾਗਮ ਗੁਰੂ ਕੀ ਸੰਗਤ, ਗੁਰੂ ਕੀ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਨ ਵਾਸਤੇ ਸਮਾਂ ਪ੍ਰਾਪਤ ਹੋਇਆ। ਇਸ ਇਮਾਰਤ ਦੀ ਜੋ ਉਸਾਰੀ ਕੀਤੀ ਗਈ ਸੀ ਸੰਗਤਾਂ ਦੀ ਸੇਵਾ ਵਾਸਤੇ, ਜੇ ਆਪਾਂ ਇਸ ਨੂੰ ਇਹ ਕਹੀਏ ਕਿ ਅੱਜ ਇਹ ਸੰਪੂਰਨ ਹੋ ਗਈ ਹੈ, ਫਿਰ ਵੀ ਇਸ ਦਾ ਅੰਤ ਹੋ ਜਾਏਗਾ ਗੱਲ ਦਾ, ਐਸਾ ਵੀ ਨਹੀਂ ਹੈ। ਲੇਕਿਨ ਇਹ ਇੱਕ ਖੁਸ਼ੀ ਦਾ ਮੌਕਾ ਹੈ। ਇਸ ਗੁਰਦੁਆਰਾ ਸਾਹਿਬ ਦੀ ਜੋ ਇਜਾਜ਼ਤ ਹੈ, ਪਰਮਿਸ਼ਨ ਹੈ ਸਰਕਾਰੀ ਤੌਰ ਤੇ, ਉਹ ਮਿਲੀ ਹੈ ਜਰਮਨ ਸਰਕਾਰ, ਜਰਮਨ ਗੌਰਮੈਂਟ ਵੱਲੋਂ। ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਸਤਿਕਾਰਯੋਗ, ਜਿਨ੍ਹਾਂ ਨੇ ਬੜੀ ਲਗਨ ਦੇ ਨਾਲ ਆਪਣੇ ਨਾਲ ਦੇ ਸਾਥੀਆਂ ਨੂੰ, ਮੈਂ ਜਿਹਨਾਂ ਦਾ ਜ਼ਿਕਰ ਕਰਾਂ, ਜਿਹੜੇ ਪ੍ਰਬੰਧਕ ਸੱਜਣ ਨੇ ਨਾਲ ਲੈ ਕੇ ਸੰਗਤ ਦੇ ਸੰਯੋਗ ਨਾਲ ਇਹ ਜਦੋਂ ਆਰੰਭ ਕੀਤੀ ਸੀ ਤੇ ਇੱਥੇ ਦੇਖਣ ਵਾਲੀ ਹਾਲਤ ਸੀ, ਤੇ ਅੱਜ ਇਹ ਫਲਵਾੜੀ ਦਾ ਰੂਪ ਧਾਰਨ ਕਰ ਚੁੱਕੀ ਹੈ ਇਹ ਸਥਾਨ। ਲੇਕਿਨ ਬਹੁਤ ਹੀ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਸਥਾਨ ਬਹੁਤ ਸੁੰਦਰ ਸੁੰਦਰ ਹੋਰ ਵੀ ਹੁੰਦੇ ਹਨ, ਸਥਾਨਾਂ ਦੇ ਇਤਿਹਾਸ ਵੀ ਬਹੁਤ ਹੁੰਦੇ ਹਨ, ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਸੰਗਤ ਜੁੜਦੀ ਹੈ, ਧੁਰਕੀ ਬਾਣੀ ਦੀ ਵਡਿਆਈ ਹੁੰਦੀ ਹੈ, ਧੁਰਕੀ ਬਾਣੀ ਦਾ ਕੀਰਤਨ ਹੁੰਦਾ ਹੈ, ਉਸ ਨੂੰ ਅਸੀਂ ਸੱਚਖੰਡ ਕਹਿੰਦੇ ਹਾਂ, ਉਸ ਨੂੰ ਅਸੀਂ ਰੱਬੀ ਸਥਾਨ ਕਹਿੰਦੇ ਹਾਂ। ਇਹਦਾ ਜ਼ਿਕਰ ਆਏਗਾ, ਇਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਇਸ ਸ਼ਬਦ ਦੇ ਵਿੱਚ ਜੋ ਮਹਾਂਪੁਰਖ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ, ਇਹ ਵੀ ਜਿਹੜਾ ਬਚਨ ਅੱਜ ਸ਼ਬਦ ਦੀ ਅਸੀਂ ਵਿਚਾਰ ਕਰਨੀ ਹੈ, 1 ਭਾਦੋਂ 1661 ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਇਹੀ ਸ਼ਬਦ ਆਇਆ ਸੀ। ਸਾਰੇ ਵਿਦਵਾਨ ਇਤਿਹਾਸਕਾਰ ਇਹੀ ਕਹਿੰਦੇ ਨੇ ਕਿ ਇਹ ਸ਼ਬਦ ਆਇਆ ਸੀ ਉਸ ਟਾਈਮ ਤੇ, ਇਹ ਹੁਕਮਨਾਮਾ ਆਇਆ ਸੀ। ਵੈਸੇ ਇਤਿਹਾਸ ਵਿੱਚ 3 ਹੁਕਮਨਾਮਿਆਂ ਦਾ ਬੜਾ ਜ਼ਿਕਰ ਹੈ। ਸਭ ਤੋਂ ਪਹਿਲਾ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਜਦੋਂ ਗੁਰੂ ਅਰਜਨ ਦੇਵ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਦੀ ਸੇਵਾ ਦੇ ਕੇ ਬਿਠਾਇਆ ਦਰਬਾਰ ਸਾਹਿਬ ਦੇ ਵਿੱਚ, ਉਦੋਂ ਪਹਿਲਾਂ ਇਹ ਹੁਕਮਨਾਮਾ ਆਇਆ। ਲੇਕਿਨ ਜਦੋਂ ਦੂਸਰੇ ਦਿਨ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਫਿਰ ਹੁਕਮਨਾਮਾ ਜਿਹੜਾ ਆਇਆ ਹੈ ਉਹ ਆਉਂਦਾ ਸੰਤ ਕਾ ਮਾਰਗ ਧਰਮ ਕੀ ਪੌੜੀ, ਦੂਜਾ ਹੁਕਮਨਾਮਾ ਦੂਸਰੇ ਦਿਨ ਦਾ। ਕਿਉਂਕਿ ਗਿਣਤੀ ਹਮੇਸ਼ਾ ਇਤਿਹਾਸ ਵਿੱਚ ਉਹਨਾਂ ਚੀਜ਼ਾਂ ਦੀ ਜਿਹੜੀਆਂ ਪਹਿਲੀਆਂ ਘਟਨਾਵਾਂ ਹੁੰਦੀਆਂ ਜਾਂ ਦੂਜੀਆਂ ਘਟਨਾਵਾਂ ਹੁੰਦੀਆਂ ਨੇ, ਫਿਰ ਰੂਟੀਨ ਵਿੱਚ ਚੱਲਦਾ ਸਾਰਾ ਸਿਸਟਮ। ਬਾਣੀ ਅਮੁੱਲ ਹੁੰਦੀ ਹੈ, ਬਾਣੀ ਦਾ ਸਤਿਕਾਰ ਇੱਕੋ ਜਿਹਾ ਹੀ ਹੁੰਦਾ ਹੈ, ਸਾਰਾ ਸ਼ਬਦਾਂ ਦਾ ਸਤਿਕਾਰ, ਗੁਰੂ ਹੁਕਮਨਾਮਾ ਦਾ ਸਤਿਕਾਰ ਬਰਾਬਰ ਹੀ ਹੁੰਦਾ, ਪਰ ਜ਼ਿਕਰ ਉਹਨਾਂ ਗੱਲਾਂ ਦਾ ਹੁੰਦਾ ਜਿਹੜੀਆਂ ਪਹਿਲਾਂ ਤੇ ਦੂਜੇ ਨੰਬਰ ਤੇ ਵਾਪਰ ਜਾਂਦੀਆਂ ਨੇ। ਦੂਸਰੇ ਦਿਨ ਦਾ ਜੋ ਹੁਕਮਨਾਮਾ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਪਹਿਲਾ ਹੁਕਮਨਾਮਾ। ਫਿਰ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖਨਾਸੇ, ਹਰ ਚਰਨੀ ਚਿਤ ਲਾਏ। ਲੇਕਿਨ ਹੁਣ ਇੱਕ ਤੀਜੇ ਹੋਰ ਹੁਕਮਨਾਮੇ ਦਾ ਵੀ ਜ਼ਿਕਰ ਹੈ। ਉਹ ਇਹ ਜੋ ਹੁਕਮ ਹੈ ਕਿ ਜਦੋਂ ਪਹਿਲੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਪੂਰੇ ਭਾਰਤ ਵਿੱਚ, ਉਦੋਂ ਇਸਲਾਮ ਧਰਮ ਦਾ ਰਾਜ ਸੀ। ਉੱਥੇ ਬੜੀ ਚਰਚਾ ਹੋਈ,
कि गुरु अर्जन देव जी ने एक ऐसा ग्रंथ लिखा है, ऐसी रचना रची है जिहदे विच इस्लाम की विरोधता की गई है। लेकिन जिहड़े चुगलखोर बंदे सन, क्योंकि राजे जिहड़े हुंदे ने वो कन्नां दे हमेशा कच्चे हुंदे ने, ਉਹਦੇ ਵਿੱਚ ਜਿਹੜੇ ਸ਼ਿਕਾਇਤਾਂ ਕਰਨ ਵਾਲੇ ਸੀ ਉਹ ਮੁਸਲਮਾਨ ਨਹੀਂ ਸਨ, ਉਹ ਦੂਜੇ ਜਿਹੜੇ ਉੱਥੋਂ ਦੇ ਧਰਮ ਦੇ ਸਨ, ਹਿੰਦੂ ਲੋਕ ਹੀ ਸਨ ਜਿਹੜੇ ਵਿਰੋਧ ਕਰਦੇ ਸਨ। ਲੇਕਿਨ ਉਹਨਾਂ ਦਾ ਸ਼ਾਸਨ ਸੀ, ਜਦੋਂ ਉਹਨਾਂ ਨੂੰ ਜਾ ਕੇ ਕਹੀਆਂ ਕਿ ਤੁਹਾਡੇ ਧਰਮ ਦੇ ਖਿਲਾਫ ਇਹ ਗੱਲ ਲਿਖੀ ਹੈ, ਤੇ ਜਹਾਂਗੀਰ ਉਸ ਟਾਈਮ ਦਾ ਬਾਦਸ਼ਾਹ ਸੀ, ਉਸਨੇ ਉੱਥੋਂ ਜਦੋਂ ਬੰਦਾ ਭੇਜਿਆ ਕਿ ਉਹਨਾਂ ਨੂੰ ਕਹੋ ਕਿ ਗੁਰੂ ਗ੍ਰੰਥ ਸਾਹਿਬ ਨੂੰ ਲਾਹੌਰ ਵਿੱਚ ਲਿਆ ਕੇ ਸਾਨੂੰ ਇੱਥੇ ਸੁਣਾਇਆ ਜਾਵੇ, ਸਾਡੀ ਕਾਜ਼ੀਆਂ ਨੂੰ ਸੱਦਿਆ ਜਾਵੇ ਤੇ ਉੱਥੇ ਇਹ ਪੜ੍ਹਿਆ ਜਾਵੇ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲੇ ਉਹ ਬੰਦੇ ਜਦੋਂ ਆਏ, ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਪੜ੍ਹਨ ਦੀ ਤੇ ਸੁਣਨ ਦੀ ਜਿੱਥੋਂ ਦੀ ਗੱਲ ਹੈ, ਇਸ ਨਾਲ ਅਸੀਂ ਪੂਰੇ ਸਹਿਮਤ ਹਾਂ, ਤੁਸੀਂ ਸੁਣ ਸਕਦੇ ਹੋ, ਪੜ੍ਹ ਸਕਦੇ ਹੋ। ਲੇਕਿਨ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਆ ਕਿ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਅਸੀਂ ਗੱਦੀ ਦਿੱਤੀ ਹੈ, ਜਿਹੜਾ ਸਥਾਨ ਦਿੱਤਾ ਹੈ, ਅਸੀਂ ਇਸ ਨੂੰ ਲਾਹੌਰ ਤੁਹਾਡੇ ਹੁਕਮ ਦੇ ਮੁਤਾਬਕ ਚੁੱਕ ਲਈਏ, ਇਹ ਨਹੀਂ ਹੋ ਸਕਦਾ। ਹਾਂ, ਕੋਈ ਪਿਆਰ ਦੇ ਨਾਲ, ਉਹ ਕੋਈ ਇਸਲਾਮ ਧਰਮ ਦਾ ਬੰਦਾ ਹੋਵੇ, ਕ੍ਰਿਸਚਨ ਧਰਮ ਦਾ ਬੰਦਾ ਹੋਵੇ, ਹਿੰਦੂ ਧਰਮ ਦਾ ਬੰਦਾ ਹੋਵੇ, ਉਹ ਪਿਆਰ ਸਤਿਕਾਰ ਨਾਲ ਇਸ ਨੂੰ ਲਿਜਾ ਸਕਦਾ ਹੈ, ਲਿਜਾ ਕੇ ਸੁਣ ਸਕਦਾ ਹੈ, ਇਸ ਨੂੰ ਪੜ੍ਹ ਸਕਦਾ ਹੈ। ਇਹ ਜਦੋਂ ਜਵਾਬ ਜਹਾਂਗੀਰ ਕੋਲੇ ਸੁਣਿਆ ਗਿਆ ਤਾਂ ਉਸਨੇ ਨਾ ਇੱਕ ਕਮੇਟੀ ਬਣਾਈ, ਫਿਰ ਜਿਵੇਂ ਅੱਜ ਦੇ ਸਮੇਂ ਵਿੱਚ ਅਸੀਂ ਕਮੇਟੀਆਂ ਕਹਿੰਦੇ ਹਾਂ, ਉਹਦੇ ਵਿੱਚ 5-7 ਬੰਦੇ ਉਹਨਾਂ ਨੇ ਭੇਜੇ ਵੀ ਫਿਰ ਜਾ ਕੇ ਤੁਸੀਂ ਉਸ ਨੂੰ ਪੜ੍ਹੋ। ਜਿਹੜੇ ਅੱਛੇ ਵਿਦਵਾਨ ਸਨ, ਚੋਟੀ ਦੇ ਜਿਹੜੇ ਇਸਲਾਮ ਧਰਮ ਨੂੰ ਸਮਝਣ ਵਾਲੇ ਲੋਕ ਸਨ, ਉਹ ਜਦੋਂ ਉੱਥੇ ਆਏ ਉਹਨਾਂ ਨੇ ਕਿਹਾ ਜੀ ਅਸੀਂ ਇਹ ਪੜ੍ਹਨਾ ਚਾਹੁੰਦੇ ਹਾਂ ਤੇ ਇਹਨੂੰ ਸੁਣਨਾ ਚਾਹੁੰਦੇ ਹਾਂ। ਲੇਕਿਨ ਗੁਰੂ ਮਹਾਰਾਜ ਨੇ ਕਿਹਾ ਵੀ ਠੀਕ ਹੈ, ਇਹ ਵਿਧੀ ਹੈ, ਅਸੀਂ ਇਸ ਨੂੰ ਪ੍ਰਕਾਸ਼ ਕਰ ਦਿੰਦੇ ਹਾਂ ਤੇ ਤੁਸੀਂ ਇਸ ਨੂੰ ਪੜ੍ਹ ਲਓ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਗੁਰਮੁਖੀ ਵਿੱਚ ਲਿਖਿਆ ਹੈ, ਪੰਜਾਬੀ ਵਿੱਚ ਲਿਖਿਆ ਹੋਇਆ, ਉਹ ਕਹਿੰਦੇ ਜੀ ਸਾਨੂੰ ਇਹ ਭਾਸ਼ਾ ਹੀ ਨਹੀਂ ਆਉਂਦੀ ਹੈ। ਗੁਰੂ ਅਰਜਨ ਦੇਵ ਜੀ ਕਹਿੰਦਾ ਫਿਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਅਸੀਂ ਸੁਣਾ ਦਿੰਦੇ ਹਾਂ, ਅਸੀਂ ਕਰ ਦਿੰਦੇ ਹਾਂ। ਬੋਲੋ, ਕਹਿੰਦੇ ਵੀ ਕਿੱਥੋਂ ਤੁਹਾਨੂੰ ਪੜ੍ਹ ਕੇ ਸੁਣਾਈਏ। ਉਹ ਕਹਿੰਦੇ ਜੀ ਇਹ ਤਾਂ ਫਿਰ ਜੇ ਹੋਇਆ ਕਿ ਜੇ ਅਸੀਂ ਜਿੱਥੋਂ ਕਹਾਂਗੇ ਤੁਸੀਂ ਸੁਣਾਓਗੇ, ਸਾਨੂੰ ਕਿਹੜਾ ਪਤਾ ਇੱਥੇ ਕੀ ਲਿਖਿਆ। ਉਹਨਾਂ ਨੇ ਵੀ ਇਹੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਕਰਕੇ ਇਕੱਠਾ ਕਰ ਲਓ, ਇਹਨੂੰ ਫਿਰ ਖੋਲ੍ਹ ਲਓ, ਜਿੱਥੋਂ ਆ ਜਾਏਗਾ ਉੱਥੋਂ ਸਾਨੂੰ ਸੁਣਾ ਦਿਓ। ਇਹਦੀ ਮਹੱਤਤਾ ਹੁਕਮਨਾਮੇ ਦੀ ਐਵੇਂ ਮੰਨੀ ਜਾਂਦੀ ਹੈ, ਪਰ ਇਸ ਤਰ੍ਹਾਂ ਨਹੀਂ ਹੈ। ਪਰ ਇਹ ਘਟਨਾ ਜ਼ਰੂਰ ਹੈਗੀ ਹੈ। ਇਹ ਮਰਿਆਦਾ ਗੁਰੂ ਅਰਜਨ ਦੇਵ ਸਤਿਗੁਰੂ ਨੇ ਪਹਿਲੇ ਹੀ ਰੱਖੀ ਸੀ ਕਿ ਜਿੱਥੇ ਗੁਰੂ ਮਹਾਰਾਜ ਸਾਹਿਬ ਦਾ ਜਦੋਂ ਪ੍ਰਕਾਸ਼ ਹੋਣਾ, ਖੁੱਲ੍ਹੇਗਾ ਗੁਰੂ ਗ੍ਰੰਥ ਸਾਹਿਬ, ਹੁਕਮਨਾਮਾ ਉੱਥੋਂ ਹੀ ਲਿਆ ਜਾਣਾ। ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਪਹਿਲੇ ਬਚਨ ਸੀਗਾ। ਲੇਕਿਨ ਜਦੋਂ ਉਹ ਸਾਰੀ ਮਰਿਆਦਾ ਪੂਰੀ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਹੁਕਮਨਾਮਾ ਆਇਆ, अव्वल अल्लाह नूर अपाया कुदरत के सब बंदे, एक नूर ते सब जग उपजा कौन भले को मंदे। ਜਦੋਂ ਇਹ ਹੁਕਮਨਾਮਾ ਉਹਨਾਂ ਨੇ ਸੁਣਿਆ, ਉਹਨਾਂ ਨੇ ਕਿਹਾ ਇਹ ਤਾਂ ਸਾਡੇ ਕਲਾਮ ਦੀ ਗੱਲ ਹੈ, ਇਹ ਤਾਂ ਇਸਲਾਮ ਦੀ ਗੱਲ ਹੈ। ਬੜੇ ਪ੍ਰਸੰਨ ਹੋਏ। ਜਦੋਂ ਉਹ ਪ੍ਰਸੰਨ ਹੋਏ, ਗੁਰੂ ਸਾਹਿਬ ਨੂੰ ਮਤਲਬ ਵੀ ਬਹੁਤ ਪਿਆਰ ਕਰਨ ਲੱਗੇ। ਗੁਰੂ ਸਾਹਿਬ ਨੇ ਉਹਨਾਂ ਦਾ ਬੜਾ ਮਾਣ ਸਤਿਕਾਰ ਕੀਤਾ, ਉਹਨਾਂ ਨੂੰ ਸਰੋਪੇ ਦਿੱਤੇ ਤੇ ਵਾਪਸ ਗਏ। ਜਾ ਕੇ ਜਹਾਂਗੀਰ ਨੂੰ ਸਮਝਾਇਆ ਵੀ ਮਹਾਰਾਜ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਉੱਥੇ ਇਸਲਾਮ ਦੀ ਗੱਲ ਵੀ ਵਿੱਚ ਆ, ਉਹਦੇ ਉੱਥੇ ਹਰ ਧਰਮ ਦੀ ਗੱਲ ਹੈਗੀ ਹੈ, ਉਹ ਤਾਂ ਰੱਬੀ ਕਲਾਮ ਨੇ ਸਾਰੇ। ਸੋ ਕਹਿਣ ਦਾ ਮੇਰਾ ਭਾਵ ਹੈ ਇਹ 3 ਹੁਕਮਨਾਮੇ ਜਿਹੜੇ ਹਨ, ਇਹ ਤਾਂ ਕਰਕੇ ਸਾਡੇ ਧਰਮ ਦੇ ਵਿੱਚ, ਸਾਡੇ ਸਿੱਖ ਸਮਾਜ ਦੇ ਵਿੱਚ ਪ੍ਰਸਿੱਧ ਹਨ। ਲੇਕਿਨ ਜਦੋਂ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਜਦੋਂ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੀਤਾ, ਉਦੋਂ ਇਹ ਹੁਕਮਨਾਮਾ ਗੁਰੂ ਮਹਾਰਾਜ ਨੇ ਬਖਸ਼ ਦੇ ਵਿੱਚ ਆਇਆ, ਸੰਤਾਂ ਕੇ ਕਾਰਜ ਆਪ ਖਲੋਆ। ਕਾਰਜ ਦਾ ਹੁੰਦਾ ਕੰਮ। ਗੁਰੂ ਅਰਜਨ ਦੇਵ ਜੀ ਨੇ ਜਿਹੜਾ ਕਾਰਜ ਕੀਤਾ ਉਹਦੇ ਵਿੱਚ ਅਕਾਲ ਪੁਰਖ ਪਰਮਾਤਮਾ ਆਪ ਆ ਕੇ ਖਲੋ ਗਏ। ਸੰਤਾਂ ਕੇ ਕਾਰਜ ਆਪ ਖਲੋਇਆ, ਇਹ ਲਫ਼ਜ਼ ਨੂੰ ਮੈਂ ਧਿਆਨ ਨਾਲ ਸੁਣਾਵਾਂ। ਕਈ ਵਾਰੀ ਮੈਂ ਰਾਗੀਆਂ ਕੋਲੋਂ ਵੀ ਸੁਣਦਾ, ਖੈਰ ਐਸੀ ਗੱਲ ਨਹੀਂ ਹੈ। ਬਹੁਤ ਰਾਗੀ ਜਿੱਦਾਂ ਅੱਜ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸੁਣਿਆ, ਉਹਨਾਂ ਨੇ ਇੱਕ ਵੀ ਲਫ਼ਜ਼ ਬਾਣੀ ਪੜ੍ਹਨ ਲੱਗਿਆ ਉਹਦੀ ਲਗਾ ਮਾਤਰ, ਉਹਦਾ ਉਚਾਰਨ ਬਿਲਕੁਲ ਫਰਕ ਨਹੀਂ ਪੈਣ ਦਿੱਤਾ। ਇਹ ਬਹੁਤ ਅੱਛੀ ਗੱਲ ਹੈ। ਜਿਹੜੇ ਵੈਸੇ ਨਾਰਮਲ ਤੌਰ 'ਤੇ 98-90% ਜਿਹੜੇ ਕੀਰਤਨ ਕਰਨ ਵਾਲੇ ਨੇ ਗੁੱਸਾ ਨਹੀਂ ਕਰਨਾ ਕਿਸੇ ਗੱਲ ਦਾ, ਉਹ ਸ਼ਬਦਾਂ ਨੂੰ ਇਸ ਤਰ੍ਹਾਂ ਨਹੀਂ ਬੋਲਦੇ,
ਔਰ ਸ਼ਬਦਾਂ ਨੂੰ ਖਾਂਦੇ ਨੇ ਵਿੱਚੋਂ। ਹੁਣ ਜਿਹੜਾ ਖਲੋਆ ਸ਼ਬਦ ਹੈ ਨਾ, ਇਹਨੂੰ ਖਲੋਏ ਬੋਲਦੇ ਨੇ। ਭਾਵੇਂ ਇਹਦਾ ਅਰਥ ਨਹੀਂ ਬਦਲਦਾ ਇੱਥੇ, ਪਰ ਇਹਦੀ ਜਿਹੜੀ ਪ੍ਰਕਿਰਿਆ ਬਦਲ ਜਾਂਦੀ ਹੈ, ਉਹਦਾ ਜਿਹੜਾ ਲਹਿਜਾ ਉਹ ਬਦਲ ਜਾਂਦਾ ਹੈ। ਗੁਰੂ ਮਹਾਰਾਜ ਨੇ ਜਿੱਦਾਂ ਲਿਖਿਆ ਉਸ ਤਰ੍ਹਾਂ ਹੀ ਅਸੀਂ ਇਸ ਕਰਕੇ ਇਸ ਨੂੰ ਪੜ੍ਹਨਾ ਹੁੰਦਾ ਹੈ। ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਹਰੀ ਰੂਪ ਪਰਮਾਤਮਾ ਨੇ ਆਪ ਆ ਕੇ ਇਹ ਸਾਰਾ ਕੰਮ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੇ ਕੋਲੋਂ ਕਰਵਾਇਆ। ਫਿਰ ਕਹਿੰਦੇ ਇਹਦਾ ਹੋਇਆ ਕੀ ਫਿਰ ਇਹ ਕੰਮ ਦੇ ਨਾਲ? ਧਰਤ ਸੁਹਾਵੀ ਤਾਲ ਸੁਹਾਵਾ। ਇਹ ਜਿਹੜਾ ਸਰੀਰ ਰੂਪ ਧਰਤੀ ਸੀ, ਸਰੀਰ ਰੂਪ ਧਰਤੀ, ਤਾਲ ਸੁਹਾਵਾ ਹਿਰਦਾ ਰੂਪੀ ਜੋ ਸੀ, ਇਹਦੇ ਵਿੱਚ ਅੰਮ੍ਰਿਤ ਜਲ ਛਾਇਆ ਰਾਂ। ਅੰਮ੍ਰਿਤ ਦਾ ਜਲ ਜਿਹੜਾ ਸੀ ਆ ਹਿਰਦੇ ਵਿੱਚ ਟਿਕ ਗਿਆ। ਐਸੀ ਪਰਮਾਤਮਾ ਨੇ ਬਖਸ਼ਿਸ਼ ਕੀਤੀ। ਲੇਕਿਨ ਇਹਦਾ ਅਰਥ ਅਸੀਂ ਇਸ ਤਰ੍ਹਾਂ ਵੀ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਨੇ ਜਿਹੜਾ, ਗੁਰੂ ਰਾਮਦਾਸ ਜੀ ਮਹਾਰਾਜ ਨੇ ਤਾਲਾਬ ਜਿਹੜਾ ਜਿਹਨੂੰ ਅਸੀਂ ਸਰੋਵਰ ਕਹਿੰਦੇ ਹਾਂ, ਉਹਦੇ ਵਿੱਚ ਦਰਬਾਰ ਸਾਹਿਬ ਰੱਖਿਆ, ਦਰਬਾਰ ਸਾਹਿਬ ਦੀ ਨੀਂਹ ਰੱਖੀ। ਇਹਦਾ ਅਰਥ ਅਸੀਂ ਇਸ ਤਰ੍ਹਾਂ ਵੀ ਕਰਦੇ ਹਾਂ ਦੂਜੇ ਨੰਬਰ 'ਤੇ ਕਿ ਉਸ ਤਾਲ ਦੇ ਵਿੱਚ ਗੁਰੂ ਮਹਾਰਾਜ ਨੇ ਗੁਰੂ ਦਰਬਾਰ ਬਣਾਇਆ। ਇਹਦਾ ਅਰਥ ਵੀ ਹੈ। ਪਰ ਇਹਦਾ ਜਿਹੜਾ ਅੰਤਰੀਵੀ ਭਾਵ ਹੈ, ਇਸ ਸਰੀਰ ਰੂਪੀ ਧਰਤੀ ਦੇ ਵਿੱਚ, ਤਾਲ ਰੂਪੀ ਸਰੀਰ ਹਿਰਦੇ ਦੇ ਵਿੱਚ ਨਾਮ ਅੰਮ੍ਰਿਤ ਜਲ ਪਾ ਦਿੱਤਾ। ਹਰ ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਂ। ਛਾਇਆ ਦਾ ਮਤਲਬ ਭਰ ਗਿਆ, ਭਰਪੂਰ ਹੋ ਗਿਆ, ਹਿਰਦਾ ਰੂਪੀ ਭਰਪੂਰ ਹੋ ਗਿਆ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਕਹਿੰਦੇ ਜਿੰਨੀ ਸਮੱਗਰੀ, ਜਿੰਨਾ ਅਸੀਂ ਥਾਟ ਬਣਾਇਆ ਸੀ, ਉਹ ਸਾਰੇ ਦਾ ਸਾਰਾ ਸੰਪੂਰਨ ਹੋ ਗਿਆ। ਕਿਵੇਂ ਹੋ ਗਿਆ? ਅੰਮ੍ਰਿਤ ਦੇ ਜਲ ਨਾਲ, ਅੰਮ੍ਰਿਤ ਰੂਪੀ ਜਲ ਨਾਲ। ਸਗਲ ਮਨੋਰਥ ਪੂਰੇ। ਕਹਿੰਦੇ ਗੁਰੂ ਮਹਾਰਾਜ ਕਹਿੰਦੇ ਵੀ ਜਿਹੜੇ ਜਿੰਨੇ ਮਨੋਰਥ ਅਸੀਂ ਮਿੱਥੇ ਸੀਗੇ, ਜਿੰਨਾ ਕਾਰਜ ਅਸੀਂ ਆਰੰਭ ਕੀਤਾ ਸੀ, ਉਹ ਸੰਪੂਰਨ ਹੋ ਗਿਆ। ਫਿਰ ਕੀ ਹੋਇਆ? ਜੈ ਜੈਕਾਰ ਭਇਆ ਜਗ ਅੰਤਰ। ਜਦੋਂ ਚਰਚਾ ਹੋਈ ਸਾਰੇ ਸੰਸਾਰ ਵਿੱਚ, ਜਿਸ ਤਰ੍ਹਾਂ ਮੈਂ ਜ਼ਿਕਰ ਕਰ ਦਿੱਤਾ ਇਤਿਹਾਸਕ ਤੌਰ ਤੇ ਵੀ, ਜਦੋਂ ਚਰਚਾ ਹੋਈ ਇਸ ਗੱਲ ਦੀ, ਤਾਂ ਫਿਰ ਜਿਹੜੇ ਵਿਰੋਧੀ ਸਨ ਉਹਨਾਂ ਨੂੰ ਬੜੀ ਦਿੱਕਤ ਮਹਿਸੂਸ ਹੋਈ ਇਸ ਗੱਲ ਦੀ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਬਸੂਰੇ। ਜਿਹੜੇ ਬੇਸੁਰੇ ਸਾਜ਼ ਸਨ, ਜਿਹੜੀਆਂ ਬੇਲੋੜੀਆਂ ਚਰਚਾਵਾਂ ਸਨ, ਆਦਿ ਵਿਆਦੀ ਜੋ ਘਟਨਾਵਾਂ ਸਨ, ਉਹ ਕਹਿੰਦੇ ਸਾਰੇ ਲੱਥ ਕੇ, ਸਾਰੇ ਦੇ ਸਾਰੇ ਇੱਕ ਪਾਸੇ ਹੋ ਗਏ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਪਿਆਰ ਦੇ ਵਿੱਚ, ਬਹੁਤ ਸਤਿਕਾਰ ਦੇ ਵਿੱਚ, ਪਿਆਰ ਦੇ ਨਾਲ ਗੁਰੂ ਦਾ ਜਸ, ਗੁਰੂ ਦੀ ਕੀਰਤੀ ਆਪ ਜੀ ਨੂੰ ਸਰਵਣ ਕਰਾਈ ਹੈ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸੰਗਤ ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇੱਥੇ ਆ ਕੇ ਇਹ ਸਾਰਾ ਪ੍ਰੋਗਰਾਮ ਨਿਭਾ ਰਹੇ ਹਨ। ਮਾਲਕ ਮਿਹਰ ਕਰਨ, ਇਸੇ ਤਰ੍ਹਾਂ ਹੀ ਸਿੱਖੀ ਦੀ ਸੇਵਾ, ਸ਼ਬਦ ਦੀ ਸੇਵਾ ਕਰਨ ਦਾ ਚਾਹੋ ਮਾਹੋ ਪਿਆਰ ਬਖਸ਼ਿਸ਼ ਕਰਨ, ਮਿਹਰਾਂ ਕਰਨ, ਤਰੱਕੀ ਕਰਨ। ਹੁਣ ਆਪ ਜੀ ਨੂੰ ਭਾਈ ਮਹਿੰਦਰ ਸਿੰਘ ਜੀ ਜੱਸਲ 15 ਮਿੰਟ ਵਾਸਤੇ ਗੁਰ ਸ਼ਬਦ ਦੀ ਵਿਚਾਰ ਸਰਵਣ ਕਰਾਉਣਗੇ। ਇਸ ਤੋਂ ਬਾਅਦ ਕੁਝ ਬੁਲਾਰੇ ਹਨ। ਆਪ ਸਾਰੀਆਂ ਸੰਗਤਾਂ ਨੇ ਬਹੁਤ ਪਿਆਰ ਦੇ ਨਾਲ, ਕਿਉਂਕਿ ਸਮਾਂ ਕਾਫੀ ਹੋ ਚੁੱਕਾ ਤੇ ਆਪਾਂ ਪਿਆਰ ਦੇ ਨਾਲ ਹੋਰ ਥੋੜਾ ਸਮਾਂ ਬੈਠ ਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਹੁਣ ਭਾਈ ਜੱਸਲ ਸਾਹਿਬ ਜੀ ਆਪ ਜੀ ਨੂੰ ਗੁਰ ਸ਼ਬਦ ਦੇ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੰਦਨਾਨ ਕੁਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦਾਏ ਕਰ ਹੱਥ, ਫਿਰਤ ਪ੍ਰਭ ਆਇਆ, ਪਰਿਆ ਤੂ ਸਰਨਾਈ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ।
ਜੀੜ ਆਗਣ ਬਰਾਬਰ ਤਪੈ, ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਅੱਜ ਦੇ ਦਿਹਾੜੇ ਵਿੱਚ ਸਾਨੂੰ ਇਹ ਸਮਾਗਮ ਗੁਰੂ ਕੀ ਸੰਗਤ, ਗੁਰੂ ਕੀ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਨ ਵਾਸਤੇ ਸਮਾਂ ਪ੍ਰਾਪਤ ਹੋਇਆ। ਇਸ ਇਮਾਰਤ ਦੀ ਜੋ ਉਸਾਰੀ ਕੀਤੀ ਗਈ ਸੀ ਸੰਗਤਾਂ ਦੀ ਸੇਵਾ ਵਾਸਤੇ, ਜੇ ਆਪਾਂ ਇਸ ਨੂੰ ਐ ਕਹੀਏ ਕਿ ਅੱਜ ਇਹ ਸੰਪੂਰਨ ਹੋ ਗਈ ਹੈ, ਫਿਰ ਵੀ ਇਸ ਦਾ ਅੰਤ ਹੋ ਜਾਏਗਾ ਗੱਲ ਦਾ, ਐਸਾ ਵੀ ਨਹੀਂ ਹੈ। ਲੇਕਿਨ ਇਹ ਇੱਕ ਖੁਸ਼ੀ ਦਾ ਮੌਕਾ ਹੈ। ਇਸ ਗੁਰਦੁਆਰਾ ਸਾਹਿਬ ਦੀ ਜੋ ਇਜਾਜ਼ਤ ਹੈ, ਪਰਮਿਸ਼ਨ ਹੈ ਸਰਕਾਰੀ ਤੌਰ ਤੇ, ਉਹ ਮਿਲੀ ਹੈ ਜਰਮਨ ਸਰਕਾਰ, ਜਰਮਨ ਗੌਰਮੈਂਟ ਵੱਲੋਂ। ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਸਤਿਕਾਰਯੋਗ, ਜਿਨ੍ਹਾਂ ਨੇ ਬੜੀ ਲਗਨ ਦੇ ਨਾਲ ਆਪਣੇ ਨਾਲ ਦੇ ਸਾਥੀਆਂ ਨੂੰ, ਮੈਂ ਜਿਹਨਾਂ ਦਾ ਜ਼ਿਕਰ ਕਰਾਂ, ਜਿਹੜੇ ਪ੍ਰਬੰਧਕ ਸੱਜਣ ਨੇ ਨਾਲ ਲੈ ਕੇ ਸੰਗਤ ਦੇ ਸੰਯੋਗ ਨਾਲ ਇਹ ਜਦੋਂ ਆਰੰਭ ਕੀਤੀ ਸੀ ਤੇ ਇੱਥੇ ਦੇਖਣ ਵਾਲੀ ਹਾਲਤ ਸੀ, ਤੇ ਅੱਜ ਇਹ ਫਲਵਾੜੀ ਦਾ ਰੂਪ ਧਾਰਨ ਕਰ ਚੁੱਕੀ ਹੈ ਇਹ ਸਥਾਨ। ਲੇਕਿਨ ਬਹੁਤ ਹੀ ਖੁਸ਼ੀ ਦੀ ਗੱਲ ਇਹ ਹੈ ਕਿ ਸਥਾਨ ਬਹੁਤ ਸੁੰਦਰ ਸੁੰਦਰ ਹੋਰ ਵੀ ਹੁੰਦੇ ਹਨ, ਸਥਾਨਾਂ ਦੇ ਇਤਿਹਾਸ ਵੀ ਬਹੁਤ ਹੁੰਦੇ ਹਨ, ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਸੰਗਤ ਜੁੜਦੀ ਹੈ, ਧੁਰਕੀ ਬਾਣੀ ਦੀ ਵਡਿਆਈ ਹੁੰਦੀ ਹੈ, ਧੁਰਕੀ ਬਾਣੀ ਦਾ ਕੀਰਤਨ ਹੁੰਦਾ ਹੈ, ਉਸ ਨੂੰ ਅਸੀਂ ਸੱਚਖੰਡ ਕਹਿੰਦੇ ਹਾਂ, ਉਸ ਨੂੰ ਅਸੀਂ ਰੱਬੀ ਅਸਥਾਨ ਕਹਿੰਦੇ ਹਾਂ। ਇਹਦਾ ਜ਼ਿਕਰ ਆਏਗਾ। ਇਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਇਸ ਸ਼ਬਦ ਦੇ ਵਿੱਚ, ਜੋ ਮਹਾਂਪੁਰਖ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ, ਇਹ ਵੀ ਜਿਹੜਾ ਬਚਨ ਅੱਜ ਸ਼ਬਦ ਦੀ ਅਸੀਂ ਵਿਚਾਰ ਕਰਨੀ ਹੈ, 1 ਭਾਦੋਂ 1661 ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਇਹੀ ਸ਼ਬਦ ਆਇਆ ਸੀ। ਸਾਰੇ ਵਿਦਵਾਨ ਇਤਿਹਾਸਕਾਰ ਇਹੀ ਕਹਿੰਦੇ ਨੇ ਕਿ ਇਹ ਸ਼ਬਦ ਆਇਆ ਸੀ ਉਸ ਟਾਈਮ ਤੇ, ਇਹ ਹੁਕਮਨਾਮਾ ਆਇਆ ਸੀ। ਵੈਸੇ ਇਤਿਹਾਸ ਵਿੱਚ 3 ਹੁਕਮਨਾਮਿਆਂ ਦਾ ਬੜਾ ਜ਼ਿਕਰ ਹੈ। ਸਭ ਤੋਂ ਪਹਿਲਾ ਹੁਕਮਨਾਮਾ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਜਦੋਂ ਗੁਰੂ ਅਰਜਨ ਦੇਵ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ
ਗ੍ਰੰਥੀ ਦੀ ਸੇਵਾ ਦੇ ਕੇ ਬਿਠਾਇਆ ਦਰਬਾਰ ਸਾਹਿਬ ਦੇ ਵਿੱਚ, ਉਦੋਂ ਪਹਿਲਾਂ ਇਹ ਹੁਕਮਨਾਮਾ ਆਇਆ। ਲੇਕਿਨ ਜਦੋਂ ਦੂਸਰੇ ਦਿਨ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਫਿਰ ਹੁਕਮਨਾਮਾ ਜਿਹੜਾ ਆਇਆ ਹੈ ਉਹ ਆਉਂਦਾ ਸੰਤ ਕਾ ਮਾਰਗ ਧਰਮ ਕੀ ਪੌੜੀ, ਦੂਜਾ ਹੁਕਮਨਾਮਾ ਦੂਸਰੇ ਦਿਨ ਦਾ। ਕਿਉਂਕਿ ਗਿਣਤੀ ਹਮੇਸ਼ਾ ਇਤਿਹਾਸ ਵਿੱਚ ਉਹਨਾਂ ਚੀਜ਼ਾਂ ਦੀ ਜਿਹੜੀਆਂ ਪਹਿਲੀਆਂ ਘਟਨਾਵਾਂ ਹੁੰਦੀਆਂ ਜਾਂ ਦੂਜੀਆਂ ਘਟਨਾਵਾਂ ਹੁੰਦੀਆਂ ਨੇ, ਫਿਰ ਰੂਟੀਨ ਵਿੱਚ ਚੱਲਦਾ ਸਾਰਾ ਸਿਸਟਮ। ਬਾਣੀ ਅਮੁੱਲ ਹੁੰਦੀ ਹੈ, ਬਾਣੀ ਦਾ ਸਤਿਕਾਰ ਇੱਕੋ ਜਿਹਾ ਹੀ ਹੁੰਦਾ ਹੈ, ਸਾਰਾ ਸ਼ਬਦਾਂ ਦਾ ਸਤਿਕਾਰ, ਗੁਰੂ ਹੁਕਮਨਾਮਾ ਦਾ ਸਤਿਕਾਰ ਬਰਾਬਰ ਹੀ ਹੁੰਦਾ ਹੈ। ਪਰ ਜ਼ਿਕਰ ਉਹਨਾਂ ਗੱਲਾਂ ਦਾ ਹੁੰਦਾ ਜਿਹੜੀਆਂ ਪਹਿਲਾਂ ਤੇ ਦੂਜੇ ਨੰਬਰ ਤੇ ਵਾਪਰ ਜਾਂਦੀਆਂ ਨੇ। ਦੂਸਰੇ ਦਿਨ ਦਾ ਜੋ ਹੁਕਮਨਾਮਾ ਹੈ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ, ਪਹਿਲਾ ਹੁਕਮਨਾਮਾ। ਫਿਰ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿਤ ਲਾਏ। ਲੇਕਿਨ ਹੁਣ ਇੱਕ ਤੀਜੇ ਹੋਰ ਹੁਕਮਨਾਮੇ ਦਾ ਵੀ ਜ਼ਿਕਰ ਹੈ। ਉਹ ਇਹ ਜੋ ਹੁਕਮ ਹੈ ਕਿ ਜਦੋਂ ਪਹਿਲੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਪੂਰੇ ਭਾਰਤ ਵਿੱਚ, ਉਦੋਂ ਇਸਲਾਮ ਧਰਮ ਦਾ ਰਾਜ ਸੀ। ਉੱਥੇ ਬੜੀ ਚਰਚਾ ਹੋਈ ਕਿ ਗੁਰੂ ਅਰਜਨ ਦੇਵ ਜੀ ਨੇ ਇੱਕ ਐਸਾ ਗ੍ਰੰਥ ਲਿਖਿਆ, ਐਸੀ ਰਚਨਾ ਰਚੀ ਹੈ ਜਿਹਦੇ ਵਿੱਚ ਇਸਲਾਮ ਦੀ ਵਿਰੋਧਤਾ ਕੀਤੀ ਗਈ ਹੈ। ਲੇਕਿਨ ਜਿਹੜੇ ਚੁਗਲਖੋਰ ਬੰਦੇ ਸਨ, ਕਿਉਂਕਿ ਰਾਜੇ ਜਿਹੜੇ ਹੁੰਦੇ ਨੇ ਉਹ ਕੰਨਾਂ ਦੇ ਹਮੇਸ਼ਾ ਕੱਚੇ ਹੁੰਦੇ ਨੇ, ਉਹਦੇ ਵਿੱਚ ਜਿਹੜੇ ਸ਼ਿਕਾਇਤਾਂ ਕਰਨ ਵਾਲੇ ਸੀ ਉਹ ਮੁਸਲਮਾਨ ਨਹੀਂ ਸਨ, ਉਹ ਦੂਜੇ ਜਿਹੜੇ ਉੱਥੋਂ ਦੇ ਧਰਮ ਦੇ ਸਨ, ਹਿੰਦੂ ਲੋਕ ਹੀ ਸਨ ਜਿਹੜੇ ਵਿਰੋਧ ਕਰਦੇ ਸਨ। ਲੇਕਿਨ ਉਹਨਾਂ ਦਾ ਸ਼ਾਸਨ ਸੀ, ਜਦੋਂ ਉਹਨਾਂ ਨੂੰ ਜਾ ਕੇ ਕਹੀਆਂ ਕਿ ਤੁਹਾਡੇ ਧਰਮ ਦੇ ਖਿਲਾਫ ਇਹ ਗੱਲ ਲਿਖੀ ਹੈ, ਤੇ ਜਹਾਂਗੀਰ ਉਸ ਟਾਈਮ ਦਾ ਬਾਦਸ਼ਾਹ ਸੀ, ਉਸਨੇ ਉੱਥੋਂ ਜਦੋਂ ਬੰਦਾ ਭੇਜਿਆ ਕਿ ਉਹਨਾਂ ਨੂੰ ਕਹੋ ਕਿ ਗੁਰੂ ਗ੍ਰੰਥ ਸਾਹਿਬ ਨੂੰ ਲਾਹੌਰ ਵਿੱਚ ਲਿਆ ਕੇ ਸਾਨੂੰ ਇੱਥੇ ਸੁਣਾਇਆ ਜਾਵੇ, ਸਾਡੀ ਕਾਜ਼ੀਆਂ ਨੂੰ ਸੱਦਿਆ ਜਾਵੇ ਤੇ ਉੱਥੇ ਇਹ ਪੜ੍ਹਿਆ ਜਾਵੇ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲੇ ਉਹ ਬੰਦੇ ਜਦੋਂ ਆਏ, ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਪੜ੍ਹਨ ਦੀ ਤੇ ਸੁਣਨ ਦੀ ਜਿੱਥੋਂ ਦੀ ਗੱਲ ਹੈ, ਇਸ ਨਾਲ ਅਸੀਂ ਪੂਰੇ ਸਹਿਮਤ ਹਾਂ, ਤੁਸੀਂ ਸੁਣ ਸਕਦੇ ਹੋ, ਪੜ੍ਹ ਸਕਦੇ ਹੋ। ਲੇਕਿਨ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਆ ਕਿ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਅਸੀਂ ਗੱਦੀ ਦਿੱਤੀ ਹੈ, ਜਿਹੜਾ ਸਥਾਨ ਦਿੱਤਾ ਹੈ, ਅਸੀਂ ਇਸ ਨੂੰ ਲਾਹੌਰ ਤੁਹਾਡੇ ਹੁਕਮ ਦੇ ਮੁਤਾਬਕ ਚੁੱਕ ਲਈਏ, ਇਹ ਨਹੀਂ ਹੋ ਸਕਦਾ। ਹਾਂ, ਕੋਈ ਪਿਆਰ ਦੇ ਨਾਲ, ਉਹ ਕੋਈ ਇਸਲਾਮ ਧਰਮ ਦਾ ਬੰਦਾ ਹੋਵੇ, ਕ੍ਰਿਸਚਨ ਧਰਮ ਦਾ ਬੰਦਾ ਹੋਵੇ, ਹਿੰਦੂ ਧਰਮ ਦਾ ਬੰਦਾ ਹੋਵੇ, ਉਹ ਪਿਆਰ ਸਤਿਕਾਰ ਨਾਲ ਇਸ ਨੂੰ ਲਿਜਾ ਸਕਦਾ ਹੈ, ਲਿਜਾ ਕੇ ਸੁਣ ਸਕਦਾ ਹੈ, ਇਸ ਨੂੰ ਪੜ੍ਹ ਸਕਦਾ ਹੈ। ਇਹ ਜਦੋਂ ਜਵਾਬ ਜਹਾਂਗੀਰ ਕੋਲੇ ਸੁਣਿਆ ਗਿਆ ਤਾਂ ਉਸਨੇ ਨਾ ਇੱਕ ਕਮੇਟੀ ਬਣਾਈ, ਫਿਰ ਜਿਵੇਂ ਅੱਜ ਦੇ ਸਮੇਂ ਵਿੱਚ ਅਸੀਂ ਕਮੇਟੀਆਂ ਕਹਿੰਦੇ ਹਾਂ, ਉਹਦੇ ਵਿੱਚ 5-7 ਬੰਦੇ ਉਹਨਾਂ ਨੇ ਭੇਜੇ ਵੀ ਫਿਰ ਜਾ ਕੇ ਤੁਸੀਂ ਉਸ ਨੂੰ ਪੜ੍ਹੋ। ਜਿਹੜੇ ਅੱਛੇ ਵਿਦਵਾਨ ਸਨ, ਚੋਟੀ ਦੇ ਜਿਹੜੇ ਇਸਲਾਮ ਧਰਮ ਨੂੰ ਸਮਝਣ ਵਾਲੇ ਲੋਕ ਸਨ, ਉਹ ਜਦੋਂ ਉੱਥੇ ਆਏ ਉਹਨਾਂ ਨੇ ਕਿਹਾ ਜੀ ਅਸੀਂ ਇਹ ਪੜ੍ਹਨਾ ਚਾਹੁੰਦੇ ਹਾਂ ਤੇ ਇਹਨੂੰ ਸੁਣਨਾ ਚਾਹੁੰਦੇ ਹਾਂ। ਲੇਕਿਨ ਗੁਰੂ ਮਹਾਰਾਜ ਨੇ ਕਿਹਾ ਵੀ ਠੀਕ ਹੈ, ਇਹ ਵਿਧੀ ਹੈ, ਅਸੀਂ ਇਸ ਨੂੰ ਪ੍ਰਕਾਸ਼ ਕਰ ਦਿੰਦੇ ਹਾਂ ਤੇ ਤੁਸੀਂ ਇਸ ਨੂੰ ਪੜ੍ਹ ਲਓ। ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਗੁਰਮੁਖੀ ਵਿੱਚ ਲਿਖਿਆ, ਪੰਜਾਬੀ ਵਿੱਚ ਲਿਖਿਆ ਹੋਇਆ, ਉਹ ਕਹਿੰਦੇ ਜੀ ਸਾਨੂੰ ਇਹ ਭਾਸ਼ਾ ਹੀ ਨਹੀਂ ਆਉਂਦੀ ਹੈ। ਗੁਰੂ ਅਰਜਨ ਦੇਵ ਜੀ ਕਹਿੰਦਾ ਫਿਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਅਸੀਂ ਸੁਣਾ ਦਿੰਦੇ ਹਾਂ, ਅਸੀਂ ਕਰ ਦਿੰਦੇ ਹਾਂ। ਬੋਲੋ, ਕਹਿੰਦੇ ਵੀ ਕਿੱਥੋਂ ਤੁਹਾਨੂੰ ਪੜ੍ਹ ਕੇ ਸੁਣਾਈਏ। ਉਹ ਕਹਿੰਦੇ ਜੀ ਇਹ ਤਾਂ ਫਿਰ ਜੇ ਹੋਇਆ ਕਿ ਜੇ ਅਸੀਂ ਜਿੱਥੋਂ ਕਹਾਂਗੇ ਤੁਸੀਂ ਸੁਣਾਓਗੇ, ਸਾਨੂੰ ਕਿਹੜਾ ਪਤਾ ਇੱਥੇ ਕੀ ਲਿਖਿਆ। ਉਹਨਾਂ ਨੇ ਵੀ ਇਹੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਕਰਕੇ ਇਕੱਠਾ ਕਰ ਲਓ, ਇਹਨੂੰ ਫਿਰ ਖੋਲ੍ਹ ਲਓ, ਜਿੱਥੋਂ ਆ ਜਾਏਗਾ ਉੱਥੋਂ ਸਾਨੂੰ ਸੁਣਾ ਦਿਓ। ਇਹਦੀ ਮਹੱਤਤਾ ਹੁਕਮਨਾਮੇ ਦੀ ਐਵੇਂ ਹੀ ਮੰਨੀ ਜਾਂਦੀ ਹੈ, ਪਰ ਇਸ ਤਰ੍ਹਾਂ ਨਹੀਂ ਹੈ। ਪਰ ਇਹ ਘਟਨਾ ਜ਼ਰੂਰ ਹੈਗੀ ਹੈ। ਇਹ ਮਰਿਆਦਾ ਗੁਰੂ ਅਰਜਨ ਦੇਵ ਸਤਿਗੁਰੂ ਨੇ ਪਹਿਲਾਂ ਹੀ ਰੱਖੀ ਸੀ ਕਿ ਜਿੱਥੇ ਗੁਰੂ ਮਹਾਰਾਜ ਸਾਹਿਬ ਦਾ ਜਦੋਂ ਪ੍ਰਕਾਸ਼ ਹੋਣਾ, ਖੁੱਲ੍ਹੇਗਾ ਗੁਰੂ ਗ੍ਰੰਥ ਸਾਹਿਬ, ਹੁਕਮਨਾਮਾ ਉੱਥੋਂ ਹੀ ਲਿਆ ਜਾਣਾ। ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਪਹਿਲੇ ਹੀ ਬਚਨ ਸੀਗਾ। ਲੇਕਿਨ ਜਦੋਂ ਉਹ ਸਾਰੀ ਮਰਿਆਦਾ ਪੂਰੀ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਹੁਕਮਨਾਮਾ ਆਇਆ, ਅੱਬਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ। ਜਦੋਂ ਇਹ ਹੁਕਮਨਾਮਾ ਉਹਨਾਂ ਨੇ ਸੁਣਿਆ, ਉਹਨਾਂ ਨੇ ਕਿਹਾ ਇਹ ਤਾਂ ਸਾਡੇ ਕਲਾਮ ਦੀ ਗੱਲ ਹੈ, ਇਹ ਤਾਂ ਇਸਲਾਮ ਦੀ ਗੱਲ ਹੈ।
बड़े प्रसन्न होए। ਜਦੋਂ ਉਹ ਪ੍ਰਸੰਨ ਹੋਏ ਗੁਰੂ ਸਾਹਿਬ ਨੂੰ ਮਤਲਬ ਵੀ ਬਹੁਤ ਪਿਆਰ ਕਰਨ ਲੱਗੇ। ਗੁਰੂ ਸਾਹਿਬ ਨੇ ਉਹਨਾਂ ਦਾ ਬੜਾ ਮਾਣ ਸਤਿਕਾਰ ਕੀਤਾ, ਉਹਨਾਂ ਨੂੰ ਸਰੋਪੇ ਦਿੱਤੇ ਤੇ ਵਾਪਸ ਗਏ। ਜਾ ਕੇ ਗਾਹਾਂ ਜਹਾਂਗੀਰ ਨੂੰ ਸਮਝਾਇਆ ਵੀ ਮਹਾਰਾਜ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਉੱਥੇ ਇਸਲਾਮ ਦੀ ਗੱਲ ਵੀ ਵਿੱਚ ਆ, ਉਹਦੇ ਉੱਥੇ ਹਰ ਧਰਮ ਦੀ ਗੱਲ ਹੈਗੀ ਹੈ, ਉਹ ਤਾਂ ਰੱਬੀ ਕਲਾਮ ਨੇ ਸਾਰੇ। ਸੋ ਕਹਿਣ ਦਾ ਮੇਰਾ ਭਾਵ ਹੈ ਇਹ 3 ਹੁਕਮਨਾਮੇ ਜਿਹੜੇ ਹਨ ਇਹ ਤਾਂ ਕਰਕੇ ਸਾਡੇ ਧਰਮ ਦੇ ਵਿੱਚ, ਸਾਡੇ ਸਿੱਖ ਸਮਾਜ ਦੇ ਵਿੱਚ ਪ੍ਰਸਿੱਧ ਹਨ। ਲੇਕਿਨ ਜਦੋਂ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਜਦੋਂ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੀਤਾ, ਉਦੋਂ ਇਹ ਹੁਕਮਨਾਮਾ ਗੁਰੂ ਮਹਾਰਾਜ ਨੇ ਬਖਸ਼ ਦੇ ਵਿੱਚ ਆਇਆ, ਸੰਤਾਂ ਕੇ ਕਾਰਜ ਆਪ ਖਲੋਆ। ਕਾਰਜ ਦਾ ਹੁੰਦਾ ਕੰਮ। ਗੁਰੂ ਅਰਜਨ ਦੇਵ ਜੀ ਨੇ ਜਿਹੜਾ ਕਾਰਜ ਕੀਤਾ ਉਹਦੇ ਵਿੱਚ ਅਕਾਲ ਪੁਰਖ ਪਰਮਾਤਮਾ ਆਪ ਆ ਕੇ ਖਲੋ ਗਏ। ਸੰਤਾਂ ਕੇ ਕਾਰਜ ਆਪ ਖਲੋਇਆ। ਇਹ ਲਫ਼ਜ਼ ਨੂੰ ਮੈਂ ਧਿਆਨ ਨਾਲ ਸੁਣਾਵਾਂ। ਕਈ ਵਾਰੀ ਮੈਂ ਰਾਗੀਆਂ ਕੋਲੋਂ ਵੀ ਸੁਣਦਾ, ਖੈਰ ਐਸੀ ਗੱਲ ਨਹੀਂ ਹੈ। ਬਹੁਤ ਰਾਗੀ ਜਿੱਦਾਂ ਅੱਜ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸੁਣਿਆ, ਉਹਨਾਂ ਨੇ ਇੱਕ ਵੀ ਲਫ਼ਜ਼ ਬਾਣੀ ਪੜ੍ਹਨ ਲੱਗਿਆ ਉਹਦੀ ਲਗਾ ਮਾਤਰ, ਉਹਦਾ ਉਚਾਰਨ ਬਿਲਕੁਲ ਫਰਕ ਨਹੀਂ ਪੈਣ ਦਿੱਤਾ। ਇਹ ਬਹੁਤ ਅੱਛੀ ਗੱਲ ਹੈ। ਜਿਹੜੇ ਵੈਸੇ ਨਾਰਮਲ ਤੌਰ ਤੇ 98-90% ਜਿਹੜੇ ਕੀਰਤਨ ਕਰਨ ਵਾਲੇ ਨੇ, ਗੁੱਸਾ ਨਹੀਂ ਕਰਨਾ ਕਿਸੇ ਗੱਲ ਦਾ, ਉਹ ਸ਼ਬਦਾਂ ਨੂੰ ਇਸ ਤਰ੍ਹਾਂ ਨਹੀਂ ਬੋਲਦੇ ਔਰ ਸ਼ਬਦਾਂ ਨੂੰ ਖਾਂਦੇ ਨੇ ਵਿੱਚੋਂ। ਹੁਣ ਜਿਹੜਾ ਖਲੋਆ ਸ਼ਬਦ ਹੈ ਨਾ, ਇਹਨੂੰ ਖਲੋਏ ਬੋਲਦੇ ਨੇ। ਭਾਵੇਂ ਇਹਦਾ ਅਰਥ ਨਹੀਂ ਬਦਲਦਾ ਇੱਥੇ, ਪਰ ਇਹਦੀ ਜਿਹੜੀ ਪ੍ਰਕਿਰਿਆ ਬਦਲ ਜਾਂਦੀ ਹੈ, ਉਹਦਾ ਜਿਹੜਾ ਲਹਿਜਾ ਉਹ ਬਦਲ ਜਾਂਦਾ ਹੈ। ਗੁਰੂ ਮਹਾਰਾਜ ਨੇ ਜਿੱਦਾਂ ਲਿਖਿਆ ਉਸ ਤਰ੍ਹਾਂ ਹੀ ਅਸੀਂ ਇਸ ਕਰਕੇ ਇਸ ਨੂੰ ਪੜ੍ਹਨਾ ਹੁੰਦਾ ਹੈ। ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਹਰੀ ਰੂਪ ਪਰਮਾਤਮਾ ਨੇ ਆਪ ਆ ਕੇ ਇਹ ਸਾਰਾ ਕੰਮ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੇ ਕੋਲੋਂ ਕਰਵਾਇਆ। ਫਿਰ ਕਹਿੰਦੇ ਇਹਦਾ ਹੋਇਆ ਕੀ ਫਿਰ ਇਹ ਕੰਮ ਦੇ ਨਾਲ? ਧਰਤ ਸੁਹਾਵੀ ਤਾਲ ਸੁਹਾਵਾ। ਇਹ ਜਿਹੜਾ ਸਰੀਰ ਰੂਪ ਧਰਤੀ ਸੀ, ਸਰੀਰ ਰੂਪ ਧਰਤੀ, ਤਾਲ ਸੁਹਾਵਾ ਹਿਰਦਾ ਰੂਪੀ ਜੋ ਸੀ, ਇਹਦੇ ਵਿੱਚ ਅੰਮ੍ਰਿਤ ਜਲ ਛਾਇਆ ਰਾਂ। ਅੰਮ੍ਰਿਤ ਦਾ ਜਲ ਜਿਹੜਾ ਸੀ ਆ ਹਿਰਦੇ ਵਿੱਚ ਟਿਕਿਆ। ਐਸੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ। ਲੇਕਿਨ ਇਹਦਾ ਅਰਥ ਅਸੀਂ ਇਸ ਤਰ੍ਹਾਂ ਵੀ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਾਲਾਬ ਜਿਹੜਾ ਜਿਹਨੂੰ ਅਸੀਂ ਸਰੋਵਰ ਕਹਿੰਦੇ ਹਾਂ, ਉਹਦੇ ਵਿੱਚ ਦਰਬਾਰ ਸਾਹਿਬ ਰੱਖਿਆ, ਦਰਬਾਰ ਸਾਹਿਬ ਦੀ ਨੀਂਹ ਰੱਖੀ। ਇਹਦਾ ਅਰਥ ਅਸੀਂ ਇਸ ਤਰ੍ਹਾਂ ਵੀ ਕਰਦੇ ਹਾਂ ਦੂਜੇ ਨੰਬਰ 'ਤੇ ਕਿ ਉਸ ਤਾਲ ਦੇ ਵਿੱਚ ਗੁਰੂ ਮਹਾਰਾਜ ਨੇ ਗੁਰੂ ਦਰਬਾਰ ਬਣਾਇਆ। ਇਹਦਾ ਅਰਥ ਵੀ ਹੈ। ਪਰ ਇਹਦਾ ਜਿਹੜਾ ਅੰਤਰੀਵੀ ਭਾਵ ਹੈ, ਇਸ ਸਰੀਰ ਰੂਪੀ ਧਰਤੀ ਦੇ ਵਿੱਚ, ਤਾਲ ਰੂਪੀ ਸਰੀਰ ਹਿਰਦੇ ਦੇ ਵਿੱਚ ਨਾਮ ਅੰਮ੍ਰਿਤ ਜਲ ਪਾ ਦਿੱਤਾ। ਹਰ ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਂ। ਛਾਇਆ ਦਾ ਮਤਲਬ ਭਰ ਗਿਆ, ਭਰਪੂਰ ਹੋ ਗਿਆ, ਹਿਰਦਾ ਰੂਪੀ ਭਰਪੂਰ ਹੋ ਗਿਆ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਕਹਿੰਦੇ ਜਿੰਨੀ ਸਮੱਗਰੀ, ਜਿੰਨਾ ਅਸੀਂ ਥਾਟ ਬਣਾਇਆ ਸੀ, ਉਹ ਸਾਰੇ ਦਾ ਸਾਰਾ ਸੰਪੂਰਨ ਹੋ ਗਿਆ। ਕਿਵੇਂ ਹੋ ਗਿਆ? ਅੰਮ੍ਰਿਤ ਦੇ ਜਲ ਨਾਲ, ਅੰਮ੍ਰਿਤ ਰੂਪੀ ਜਲ ਨਾਲ। ਸਗਲ ਮਨੋਰਥ ਪੂਰੇ। ਕਹਿੰਦੇ ਗੁਰੂ ਮਹਾਰਾਜ ਕਹਿੰਦੇ ਵੀ ਜਿਹੜੇ ਜਿੰਨੇ ਮਨੋਰਥ ਅਸੀਂ ਮਿੱਥੇ ਸੀਗੇ, ਜਿੰਨਾ ਕਾਰਜ ਅਸੀਂ ਆਰੰਭ ਕੀਤਾ ਸੀ, ਉਹ ਸੰਪੂਰਨ ਹੋ ਗਿਆ। ਫਿਰ ਕੀ ਹੋਇਆ? ਜੈ ਜੈਕਾਰ ਭਿਆ ਜਗ ਅੰਤਰ। ਜਦੋਂ ਚਰਚਾ ਹੋਈ ਸਾਰੇ ਸੰਸਾਰ ਵਿੱਚ, ਜਿਸ ਤਰ੍ਹਾਂ ਮੈਂ ਜ਼ਿਕਰ ਕਰ ਦਿੱਤਾ ਇਤਿਹਾਸਕ ਤੌਰ ਤੇ ਵੀ, ਜਦੋਂ ਚਰਚਾ ਹੋਈ ਇਸ ਗੱਲ ਦੀ, ਤਾਂ ਫਿਰ ਜਿਹੜੇ ਵਿਰੋਧੀ ਸਨ ਉਹਨਾਂ ਨੂੰ ਬੜੀ ਦਿੱਕਤ ਮਹਿਸੂਸ ਹੋਈ ਇਸ ਗੱਲ ਦੀ। ਜੈ ਜੈਕਾਰ ਭਿਆ ਜਗ ਅੰਤਰ, ਲਾਥੇ ਸਗਲ ਬਸੂਰੇ। ਜਿਹੜੇ ਬੇਸੂਰੇ ਸਾਜ਼ ਸਨ, ਜਿਹੜੀਆਂ ਬੇਲੋੜੀਆਂ ਚਰਚਾਵਾਂ ਸਨ, ਆਦਿ ਵਿਆਦੀ ਜੋ ਘਟਨਾਵਾਂ ਸਨ, ਉਹ ਕਹਿੰਦੇ ਸਾਰੇ ਲੱਥ ਕੇ, ਸਾਰੇ ਦੇ ਸਾਰੇ ਇੱਕ ਪਾਸੇ ਹੋ ਗਏ। ਸਾਹਿਬ ਕੁਲ ਆਲਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸਹਾਵਾ ਰਾਮ ਰਾਜੇ। ਮੇਰੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਹੀ ਕਿਰਪਾ ਕਰਕੇ ਇਸ ਜਗ੍ਹਾ ਨੂੰ ਭਾਗ ਲਾਏ ਤਾਂ ਕਿ
ਕਿਉਂਕਿ ਆਪਣੀ ਸੰਗਤ ਨੂੰ ਤਾਰਨ ਵਾਸਤੇ ਉਹ ਆਪ ਹੀ ਇਹ ਵਿਧੀ ਬਣਾਉਂਦੇ ਹਨ। ਇਹ ਸੰਗਤ ਬੜੀ ਧੰਤਾ ਦੇ ਯੋਗ ਹੈ, ਕਿਉਂਕਿ ਮਾਲਕ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਪਿਆਰੀ ਸਾਧ ਸੰਗਤ ਜੀ, ਇਹ ਸੱਚ ਦੀ ਸੰਗਤ, ਇਸ ਸੱਚਖੰਡ ਦੇ ਵਿੱਚ ਆਪ ਜੀ ਬਿਰਾਜੇ ਹੋਏ ਹੋ। ਉਸ ਮਾਲਕ ਦਾ ਕੋਟਾਨ ਕੋਟਾਨ ਧੰਨਵਾਦ। ਉਪਰੰਤ ਆਪ ਸਾਰੀ ਸੰਗਤ ਦਾ ਵੀ ਧੰਨਵਾਦ, ਜਿਨ੍ਹਾਂ ਤੇ ਮਾਲਕ ਨੇ ਕਿਰਪਾ ਕਰਕੇ ਆਪ ਹੀ ਸੇਵਾ ਲਈ ਹੈ। ਪਿਆਰੀ ਸਾਧ ਸੰਗਤ ਜੀ, ਮਹਾਰਾਜ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੇ। ਹੁਣ ਕ੍ਰਿਸ਼ਨ ਮਹਾਰਾਜ ਕ੍ਰਿਸ਼ਨ ਅਵਤਾਰ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ, ਉਹਨਾਂ ਨੂੰ ਵੀ ਗੁਰੂ ਦੀ ਧਾਰਨਾ ਦੀ ਕਰਦੀ ਲੋੜ ਪੈ ਗਈ। ਤੇ ਆਪਾਂ ਗੁਰਦੁਆਰੇ ਆਉਂਦੇ ਆ ਤੇ ਆਪਾਂ ਵੀ ਅੰਦਰ ਝਾਤੀ ਮਾਰੀਏ, ਆਪਾਂ ਕਿੰਨੇ ਗੁਰੂ ਵਾਲੇ ਬਣ ਗਏ ਆ। ਮਹਾਰਾਜ ਨੇ ਸਪਸ਼ਟ ਕਹਿਤਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਇਹ ਬਖਸ਼ਿਸ਼ ਕੇਵਲ ਤਾਂ ਕੇਵਲ ਸਾਹਿਬ ਕਮਾਲ ਨੇ ਸਾਨੂੰ ਦਿੱਤੀ ਹੈ, ਕਿਉਂਕਿ ਕਹਿੰਦੇ ਨੇ ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿੰਨਾ ਚਿਰ ਆਪਾਂ ਗੁਰੂ ਨਹੀਂ ਧਾਰਨ ਕਰਦੇ, ਗੁਰੂ ਦੀ ਗੱਲ ਆਪਾਂ ਨੂੰ ਸਮਝ ਨਹੀਂ ਆਉਂਦੀ। ਇਹ ਮਹਾਰਾਜ ਕਹਿੰਦੇ ਨੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਤੇ ਗੁਰ ਬਿਨ ਗਿਆਨ ਨਾ ਹੋਏ। ਇਹ ਗਿਆਨ ਉਹਨਾਂ ਚਿਰ ਤੱਕ ਆਪਾਂ ਨੂੰ ਹਾਸਲ ਨਹੀਂ ਹੋਣਾ, ਜਿੰਨਾ ਚਿਰ ਤੱਕ ਆਪਾਂ ਕਲਗੀਧਰ ਪਾਤਸ਼ਾਹ ਦੇ ਸੰਪੂਰਨ ਸਿੱਖ ਉਹਦੀ ਬਾਣੀ ਤੇ ਬਾਣੀ ਦੇ ਨਾਲ ਨਹੀਂ ਜੁੜਦੇ। ਆਮ ਸੁਣਨ ਦੇ ਵਿੱਚ ਆਇਆ ਕਿ ਜੀ ਸਾਡਾ ਮਨ ਬੜਾ ਸਾਫ਼ ਹੈ। ਉਹ ਭਲਿਆ ਤੇਰਾ ਕਲਗੀਧਰ ਪਾਤਸ਼ਾਹ ਦੇ ਨਾਲੋਂ ਜ਼ਿਆਦਾ ਮਨ ਸਾਫ਼ ਹੈ, ਉਹਨਾਂ ਨੂੰ ਕੀ ਲੋੜ ਪੈ ਗਈ ਅੰਮ੍ਰਿਤ ਛਕਣ ਦੀ? ਨਹੀਂ, ਅੰਮ੍ਰਿਤ ਛਕਣਾ ਬਹੁਤ ਹੀ ਜ਼ਰੂਰੀ ਹੈ। ਸਾਹਿਬ ਨੇ ਇੱਕ ਬਚਨ ਕੀਤਾ ਸੀ, ਪਿਆਰੀ ਸਾਧ ਸੰਗਤ ਜੀ, ਪੰਥ ਵਸੇ ਮੈਂ ਉਜੜਾਂ। ਤੇ ਜਦੋਂ ਗੁਰੂ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਤੇ ਮਾਲਕ ਦੀਆਂ ਅੱਖਾਂ ਦੇ ਵਿੱਚੋਂ ਇੱਕ ਵੀ ਅਥਰੂ ਨਹੀਂ ਸੀ ਆਇਆ। ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਉਹ ਵੀ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਭਾਈ ਦਇਆ ਸਿੰਘ ਨੇ ਕਿਹਾ, ਮਾਲਕ ਜੀ ਸਾਹਿਬਜ਼ਾਦਿਆਂ ਤੇ ਖੱਪਣ, ਕਹਿੰਦੇ ਨਹੀਂ ਦਇਆ ਸਿੰਘ, ਜਿਹੜੇ ਦੂਸਰੇ ਸ਼ਹੀਦ ਹੋਏ ਉਹ ਵੀ ਮੇਰੇ ਬੇਟੇ ਨੇ। ਉਦੋਂ ਵੀ ਮਹਾਰਾਜ ਦੀਆਂ ਅੱਖਾਂ ਦੇ ਵਿੱਚ ਅਥਰੂ ਨਹੀਂ ਆਇਆ, ਪਰ ਮੇਰੇ ਖਿਆਲ ਅਨੁਸਾਰ ਅੱਜ ਸ਼ਾਇਦ ਜ਼ਰੂਰ ਮਹਾਰਾਜ ਦੀਆਂ ਅੱਖਾਂ ਦੇ ਵਿੱਚ ਅਥਰੂ ਆਇਆ ਹੋਵੇਗਾ, ਕਿਉਂਕਿ ਸਾਡੇ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰਤਾ। ਪੰਥ ਵਸੇ ਮੈਂ ਉਜੜਾਂ। ਤੇ ਅੱਜ ਆਪਾਂ ਸੀਸਾ ਲੈ ਕੇ ਦੇਖੀਏ ਸਵੇਰੇ, ਆਪਾਂ ਕਿੰਨਾ ਕੁ ਉਹਨਾਂ ਮਹਾਰਾਜ ਦੇ ਕਦਮਾਂ ਦੇ ਉੱਤੇ ਜਿਹੜੇ ਚਰਨਾਂ ਤੇ ਫੁੱਲ ਚੜਾਉਂਦੇ ਹਾਂ, ਕਿੰਨਾ ਕੁ ਆਪਾਂ ਉਹਨਾਂ ਦੇ ਆਦੇਸ਼ ਮੰਨਦੇ ਹਾਂ। ਜਿੱਥੇ ਨੇਮ ਆ ਉੱਥੇ ਪ੍ਰੇਮ ਨਹੀਂ, ਜਿੱਥੇ ਪ੍ਰੇਮ ਆ ਉੱਥੇ ਨੇਮ ਨਹੀਂ। ਮਾਲਕ ਨੇ ਕਿਹਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਪਾਂ ਗੱਲ ਅੰਮ੍ਰਿਤ ਦੀ ਕਰਦੇ ਹਾਂ, ਸੁਰ ਨਰ ਮੁਨ ਜਨ ਖੋਜਦੇ, ਅੰਮ੍ਰਿਤ ਗੁਰ ਤੇ ਪਾਇਆ। ਪਰ ਆਪਾਂ ਨੂੰ ਪਿਆਰੀ ਸਾਧ ਸੰਗਤ ਜੀ ਅਜੇ ਅੰਮ੍ਰਿਤ ਦੀ ਦਾਤ ਦਾ ਪਤਾ ਹੀ ਨਹੀਂ, ਅੰਮ੍ਰਿਤ ਹੈ ਕੀ। ਇਸੇ ਵਾਸਤੇ ਮਾਲਕ ਨੇ ਕਹਿਤਾ ਨਾ, ਅੰਮ੍ਰਿਤ ਕੀ ਸਾਰੇ ਸੋਈ ਜਾਣੇ, ਜੋ ਅੰਮ੍ਰਿਤ ਕਾ ਵਪਾਰੀ ਜੀਓ। ਆਪਾਂ ਵਪਾਰੀ ਬਣ ਗਏ ਅੰਮ੍ਰਿਤ ਦੇ? ਨਹੀਂ, ਆਪਾਂ ਨੂੰ ਖੁਦ ਸੋਚਣਾ ਪਵੇਗਾ। ਸਨਮਾਨ ਕੀ ਆ ਪਰਮਾਤਮਾ ਦਾ? ਮਾਂ ਪਿਓ ਦਾ ਸਨਮਾਨ ਕੀ ਆ? ਪਰਮਾਤਮਾ ਦਾ ਜਿਹੜਾ ਸਨਮਾਨ ਪਿਆਰੀ ਸਾਧ ਸੰਗਤ ਜੀ, ਇਹ ਬਾਬੇ ਨਾਨਕ ਨੇ ਕੀਤਾ। ਆਪਾਂ 2 ਪਾਠ ਕਰ ਲੈਂਦੇ ਹਾਂ, 4 ਪਾਠ ਕਰ ਲੈਂਦੇ, 10 ਮੰਗਾਂ ਆਪਣੀਆਂ ਹੋ ਜਾਂਦੀਆਂ, ਪਰ ਸਨਮਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਰਕੇ ਦਿਖਾਇਆ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤੁਧ ਭਾਵੇ ਨਾਨਕਾ ਸਾਈ ਗੱਲ ਚੰਗੀ।
ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਹੀ ਪਰਮਾਤਮਾ ਦਾ ਅਸਲੀ ਸਨਮਾਨ ਹੈ। ਮਾਂ ਪਿਓ ਦਾ ਅਸਲੀ ਸਨਮਾਨ ਪਿਆਰੀ ਸਾਧ ਸੰਗਤ ਜੀ ਹੈ। ਆਪਣੇ ਦਾਦੇ ਬਾਬੇ ਆਪਾਂ ਉਹਨਾਂ ਦੀ ਸੇਵਾ ਕਰਦੇ ਹਾਂ, ਗਾਂ ਆਪਣੇ ਬੱਚਿਆਂ ਨੇ ਸੇਵਾ ਕਰਨੀ ਹੈ। ਕਿ ਜੀ ਮੈਂ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰਦਾ, ਨਹੀਂ। ਜੇ ਸਿਮਰੇ ਕਿਲ ਵਿਖ ਸਭ ਉਤਰੇ, ਪਿਤਰੀ ਹੋਏ ਉਤਾਰ। ਅਸੀਂ ਆਪਣੇ ਮਾਪਿਆਂ ਦੇ ਪ੍ਰਤੀ ਕਿੰਨਾ ਪਾਠ, ਕਿੰਨੀਆਂ ਅਰਦਾਸਾਂ, ਕਿੰਨੀਆਂ ਬੇਨਤੀਆਂ ਕਰਦੇ ਹਾਂ। ਆਪਾਂ ਇੱਥੇ ਕਿੰਨੇ ਕੁ ਸਰੀਰ ਬੈਠੇ ਹਾਂ, ਕਿੰਨਿਆਂ ਨੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਸ਼ੁਰੂ ਕੀਤੇ ਆ। ਬਹੁਤ ਹੀ ਚਾਂਦਰੂਆਂ ਆਉਣਗੀਆਂ। ਸੋ ਆਪਾਂ ਨੂੰ ਪਿਆਰੀ ਸਾਧ ਸੰਗਤ ਜੀ ਕੇਵਲ ਇੱਕ ਦੇ ਨਾਲ ਜੁੜਨ ਦੀ ਲੋੜ ਹੈ। ਆਪਾਂ ਅੰਮ੍ਰਿਤ ਵੇਲਾ ਬਣਾਈਏ। ਆਪਾਂ ਗੁਰੂ ਸਾਹਿਬਾਂ ਦੇ ਜਿਹੜੀ ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ, ਕਿਉਂਕਿ ਆਈ ਸਾਡੇ ਗੁਰੂ ਸਾਹਿਬਾਂ ਦੇ ਹਿਰਦੇ ਦੇ ਰਾਹੀਂ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸੋ ਪਿਆਰੀ ਸਾਧ ਸੰਗਤ ਜੀ, ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਹੜੀ ਆਪਣੀ ਨਵੀਂ ਪਨੀਰੀ ਹੈ, ਜਿੱਥੇ ਆਪਾਂ ਆਪ ਨੂੰ ਖੁਦ ਬਾਣੀ ਦੇ ਬਾਣੇ ਨਾਲ ਜੁੜਨਾ ਹੈ, ਉੱਥੇ ਆਪਾਂ ਆਪਣੇ ਬੱਚਿਆਂ ਨੂੰ ਵੀ ਜੋੜਨਾ ਹੈ। ਕਿਉਂਕਿ ਆਪਾਂ ਅੱਜ ਹਾਂ, ਕੱਲ੍ਹ ਨੂੰ ਆਉਣ ਵਾਲਾ ਜੋ ਕੱਲ੍ਹ ਹੈ, ਉਹ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਹੈ, ਆਪਾਂ ਉਸ 'ਤੇ ਨਿਰਭਰ ਹਾਂ। ਕਿਉਂਕਿ ਆਪਣੇ ਬੱਚਿਆਂ ਨੇ ਆਪਾਂ ਕੀ ਸਿਖਾਇਆ ਹੈ, ਆਪਣਾ ਗੁਰਦੁਆਰਿਆਂ ਦੇ ਵਿੱਚ ਆਪਣਾ ਕਿੰਨਾ ਯੋਗਦਾਨ ਹੈ। ਸੋ ਇਸ ਵਾਸਤੇ ਆਪਾਂ ਆਪਣੇ ਬੱਚਿਆਂ ਨੂੰ ਵੀ ਇਹ ਜ਼ਰੂਰ ਉਪਰਾਲਾ ਕਰਨਾ ਕਿ ਆਪਾਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ, ਇਹਨਾਂ ਆਪਾਂ ਪੂਰਨਾ ਤੇ ਚਲਾਉਣਾ ਹੈ। ਸੋ ਬੱਚਿਆਂ ਨੂੰ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਸੇਵਾ ਗੁਰੂ ਦੀ ਕਰਨੀ ਹੈ। ਹਿਰਦੇ ਦੇ ਵਿੱਚ ਜੋ ਆਪਣੇ ਗੁਰਾਂ ਨੇ ਆਪਾਂ ਨੂੰ ਰਹਿਤ ਮਰਿਆਦਾ ਦੱਸੀ ਹੈ, ਉਹਦੇ ਨਾਲ ਇਹ ਜੋ ਆਪਾਂ ਮਨੁੱਖਾ ਦੇਹੀ ਹੈ ਜਿਹੜੀ ਇਹ ਸਫਲ ਕਰਨੀ ਹੈ। ਤਾਂ ਕਿ ਕਿਉਂਕਿ ਜਦੋਂ ਸਿੱਖ ਆਪਣੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ, ਜਦੋਂ ਉਸ ਉੱਤੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ, ਤੇ ਉਦੋਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਸੋ ਪਿਆਰੀ ਸਾਧ ਸੰਗਤ ਜੀ, ਦਾਸ ਦੀਆਂ ਇੰਨੀਆਂ ਬੇਨਤੀਆਂ ਹਨ ਕਿ ਆਪਾਂ ਸਾਰਿਆਂ ਨੇ